प्यारे बच्चों, ਅੱਜ ਅਸੀਂ 8ਵੀਂ ਜਮਾਤ ਦੇ ਸਾਇੰਸ ਵਿਸ਼ੇ ਦੇ ਕੁਝ ਇੰਪੋਰਟੈਂਟ ਸਾਰੇ ਪਾਠਾਂ ਦੇ ਵਿੱਚੋਂ ਸਹੀ ਅਤੇ ਗਲਤ ਨੂੰ ਡਿਸਕਸ ਕਰਾਂਗੇ ਤਾਂ ਜੋ ਅਸੀਂ ਬੋਰਡ ਦੇ ਐਗਜ਼ਾਮਸ ਦੇ ਵਿੱਚ ਫੁੱਲ ਮਾਰਕਸ ਲੈ ਸਕੀਏ। ਇਸ ਨੂੰ ਧਿਆਨ ਨਾਲ ਸੁਣੋ। ਪਹਿਲਾ ਹੈ ਰਸਾਇਣਿਕ ਖਾਦਾਂ ਦੀ ਵੱਧ ਵਰਤੋਂ ਨਾਲ ਮਿੱਟੀ ਤੇਜ਼ਾਬੀ ਜਾਂ ਖਾਰੀ ਹੋ ਜਾਂਦੀ ਹੈ। ਤੁਸੀਂ ਦੱਸਣਾ ਹੈ ਕਿ ਇਹ ਸਹੀ ਹੈ ਜਾਂ ਗਲਤ। ਤਾਂ ਬਿਲਕੁਲ ਸਹੀ ਕਿ ਇਹ ਸਹੀ ਹੈ, ਕਿਉਂਕਿ ਰਸਾਇਣਿਕ ਖਾਦਾਂ ਦੀ ਅਗਰ ਅਸੀਂ ਵੱਧ ਵਰਤੋਂ ਕਰਾਂਗੇ ਤਾਂ ਮਿੱਟੀ ਕੀ ਹੋ ਜਾਂਦੀ ਹੈ, ਤੇਜ਼ਾਬੀ ਵੀ ਹੋ ਸਕਦੀ ਹੈ ਤੇ ਖਾਰੀ ਵੀ ਹੋ ਸਕਦੀ ਹੈ। ਤਾਂ ਇੱਥੇ ਆਏਗਾ ਸਹੀ। ਦੂਸਰਾ, ਰੂੜੀ ਖਾਦ ਵਿੱਚ ਰਸਾਇਣਿਕ ਖਾਦ ਦੀ ਤੁਲਨਾ ਵਿੱਚ ਵੱਧ ਪੋਸ਼ਕ ਹੁੰਦੇ ਹਨ। ਗਲਤ, ਕਿਉਂਕਿ ਜਿਹੜੀ ਰੂੜੀ ਖਾਦ ਹੈ ਉਹਦੇ ਨਾਲ ਉਗਾਏ ਗਏ ਪੌਦੇ ਹੁੰਦੇ ਤੇ ਸਾਡੀ ਸਿਹਤ ਲਈ ਵਧੀਆ ਨੇ, ਬਟ ਰਸਾਇਣਿਕ ਖਾਦ ਦੀ ਤੁਲਨਾ ਵਿੱਚ ਉਹਦੇ ਵਿੱਚ ਰੂੜੀ ਖਾਦ ਵਿੱਚ ਜਿਹੜੇ ਪੋਸ਼ਕ ਤੱਤ ਜਿਹੜੇ ਹੁੰਦੇ ਉਹ ਘੱਟ ਹੁੰਦੇ ਹਨ। ਰਸਾਇਣਿਕ ਖਾਦ ਵਿੱਚ ਪੋਸ਼ਕ ਤੱਤ ਜ਼ਿਆਦਾ ਹੁੰਦੇ ਹਨ, ਇਸ ਲਈ ਜਿਹੜਾ ਇਹ ਸੈਂਟੈਂਸ ਸਾਨੂੰ ਦਿੱਤਾ ਹੈ ਗਲਤ ਹੈ। ਤੀਸਰਾ, ਨੰਗੀ ਅੱਖ ਨਾਲ ਸਾਰੇ ਜੀਵ ਵੇਖੇ ਜਾ ਸਕਦੇ ਹਨ। ਗਲਤ, ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜੇ ਸੂਖਮ ਜੀਵ ਅਸੀਂ ਚੈਪਟਰ ਕੀਤਾ ਹੈ ਨਾ, ਸੂਖਮ ਜੀਵ ਮਿੱਤਰ ਅਤੇ ਦੁਸ਼ਮਣ, ਸੂਖਮ ਜੀਵ ਜਿਹੜੇ ਅਸੀਂ ਉਹ ਨੰਗੀ ਅੱਖਾਂ ਨਾਲ ਨਹੀਂ ਵੇਖ ਸਕਦੇ। ਉਹਨਾਂ ਨੂੰ ਦੇਖਣ ਲਈ ਸਾਨੂੰ ਸੂਖਮਦਰਸ਼ੀ ਦੀ ਲੋੜ ਹੁੰਦੀ ਹੈ, ਇਸ ਲਈ ਇਹਦੇ ਵਿੱਚ ਗਲਤ ਆਏਗਾ। ਚੌਥਾ, ਉਹ ਸੂਖਮ ਜੀਵ ਜੋ ਪੌਦਿਆਂ ਤੇ ਜੰਤੂਆਂ ਲਈ ਲਾਭਕਾਰੀ ਹੁੰਦੇ ਹਨ ਉਹਨਾਂ ਨੂੰ ਰੋਗਜਨਕ ਕਹਿੰਦੇ ਹਨ। ਗਲਤ, ਉਹ ਕਹਿੰਦਾ ਕਿ ਜਿਹੜੇ ਸੂਖਮ ਜੀਵ ਪੌਦਿਆਂ ਤੇ ਜੰਤੂਆਂ ਲਈ ਲਾਭਕਾਰੀ ਹੁੰਦੇ ਹਨ ਉਹਨਾਂ ਨੂੰ ਰੋਗਜਨਕ ਕਹਾਂਗੇ। ਕੀ ਉਹ ਰੋਗ ਲਗਾਉਂਦੇ ਹਨ ਜਿਹੜੇ ਲਾਭਕਾਰੀ ਹੁੰਦੇ ਹਨ? ਨਹੀਂ। ਪੰਜਵਾਂ, ਰਗੜ ਬਲ ਇੱਕ ਗੈਰ ਸੰਪਰਕ ਬਲ ਹੈ। ਗਲਤ, ਸਾਨੂੰ ਪਤਾ ਹੈ ਕਿ ਜਿਹੜਾ ਰਗੜ ਬਲ ਹੈ ਉਹ ਹਮੇਸ਼ਾ ਦੋ ਵਸਤੂਆਂ ਦੇ ਆਪਸ ਵਿੱਚ ਸੰਪਰਕ ਦੇ ਕਾਰਨ ਹੀ ਪੈਦਾ ਹੁੰਦਾ ਹੈ, ਇਸ ਲਈ ਇਹ ਕਥਨ ਗਲਤ ਹੈ। ਛੇਵਾਂ, ਬਲ ਕਿਸੇ ਵਸਤੂ ਦੀ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਕਰ ਸਕਦਾ ਹੈ। ਬਿਲਕੁਲ ਸਹੀ, ਕਿ ਜਦੋਂ ਅਸੀਂ ਕਿਸੇ ਵਸਤੂ ਦੇ ਉੱਤੇ ਬਲ ਲਗਾਉਂਦੇ ਹਾਂ ਤਾਂ ਉਹਦੀ ਸਪੀਡ ਜਿਹੜੀ ਉਹ ਵੱਧ ਜਾਂਦੀ ਹੈ, ਕਿਉਂਕਿ ਤੁਸੀਂ ਦੇਖਿਆ ਹੀ ਹੋਏਗਾ ਜਦੋਂ ਅਸੀਂ ਕਿਸੇ ਵੀ ਗੇਂਦ ਨੂੰ ਜ਼ੋਰ ਦੀ ਬਲ ਲਗਾ ਕੇ ਸੁੱਟਦੇ ਹਾਂ ਤਾਂ ਉਹਦੀ ਸਪੀਡ ਵੱਧ ਜਾਂਦੀ ਹੈ। ਜੇ ਅਸੀਂ ਉਹਨੂੰ ਹੌਲੀ ਜਿਹੀ ਰੱਖ ਦਿੰਦੇ ਹਾਂ ਤਾਂ ਉਹਦੀ ਸਪੀਡ ਜਿਹੜੀ ਉਹ ਘੱਟ ਹੁੰਦੀ ਹੈ, ਯਾਨੀ ਕਿ ਉਸ ਦੀ ਗਤੀ ਘੱਟ ਹੁੰਦੀ ਹੈ। ਸੱਤਵਾਂ, ਚੁੰਬਕ ਦਾ ਉੱਤਰੀ ਧਰੁਵ ਉਸਦੇ ਦੱਖਣੀ ਧਰੁਵ ਨੂੰ ਅਪਕਰਸ਼ਿਤ ਕਰਦਾ ਹੈ। ਗਲਤ, ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜੇ ਆਪੋਜ਼ਿਟ ਧਰੁਵ ਹੁੰਦੇ ਹਨ, ਜਿੱਦਾਂ ਉੱਤਰੀ ਤੇ ਦੱਖਣੀ ਧਰੁਵ ਆਪਸ ਵਿੱਚ ਕੀ ਕਰਦੇ ਹਨ? ਆਕਰਸ਼ਿਤ ਕਰਦੇ ਹਨ ਇੱਕ ਦੂਜੇ ਨੂੰ, ਨਾ ਕਿ ਅਪਕਰਸ਼ਿਤ ਕਰਦੇ ਹਨ, ਇਸ ਲਈ ਇਹ ਕਥਨ ਗਲਤ ਹੈ। ਅੱਠਵਾਂ, ਹਾਈਡਰਾ ਦੋ ਖੰਡਨ ਵਿਧੀ ਰਾਹੀਂ ਪ੍ਰਜਨਨ ਕਰਦਾ ਹੈ। ਗਲਤ, ਕਿਉਂਕਿ ਸਾਨੂੰ ਪਤਾ ਹੈ ਕਿ ਹਾਈਡਰਾ ਕਿਹੜੀ ਵਿਧੀ ਰਾਹੀਂ ਪ੍ਰਜਨਨ ਕਰਦਾ ਹੈ? ਬਡਿੰਗ ਰਾਹੀਂ। ਨੌਵਾਂ, ਨਿਸ਼ੇਚਨ ਕਿਰਿਆ ਰਾਹੀਂ ਯੁਗਮਜ ਪੈਦਾ ਹੁੰਦਾ ਹੈ। ਬਿਲਕੁਲ ਸਹੀ, ਜਦੋਂ ਨਿਸ਼ੇਚਨ ਕਿਰਿਆ ਹੁੰਦੀ ਹੈ ਤਾਂ ਯੁਗਮਜ ਪੈਦਾ ਹੁੰਦਾ ਹੈ। 10ਵਾਂ, ਮਨੁੱਖ ਵਿੱਚ ਬਾਹਰੀ ਨਿਸ਼ੇਚਨ ਕਿਰਿਆ ਹੁੰਦੀ ਹੈ। ਗਲਤ, ਕਿਉਂਕਿ ਮਨੁੱਖ ਵਿੱਚ ਅੰਦਰੂਨੀ ਨਿਸ਼ੇਚਨ ਕਿਰਿਆ ਹੁੰਦੀ ਹੈ, ਉਹ ਵੀ ਲੇਡੀਜ਼ ਦੇ ਵਿੱਚ, ਸਾਨੂੰ ਪਤਾ ਹੈ, ਇਸ ਲਈ ਇਹ ਗਲਤ ਹੈ ਕਥਨ। 11ਵਾਂ, ਬਲਨ ਲਈ ਹਵਾ ਜ਼ਰੂਰੀ ਹੈ। ਬਿਲਕੁਲ ਸਹੀ, ਚਾਹੇ ਇਸ ਤਰ੍ਹਾਂ ਵੀ ਆ ਜਾਏ ਬਲਨ ਲਈ ਆਕਸੀਜਨ ਜ਼ਰੂਰੀ ਹੈ, ਉਹ ਵੀ ਬਿਲਕੁਲ ਕਥਨ ਸਹੀ ਹੈ, ਔਰ ਹਵਾ ਜ਼ਰੂਰੀ ਹੈ, ਉਹ ਵੀ ਬਿਲਕੁਲ ਕਥਨ ਸਹੀ ਹੈ। 12ਵਾਂ, ਤੇਲ ਨਾਲ ਸ਼ੁਰੂ ਹੋਈ ਅੱਗ ਪਾਣੀ ਨਾਲ ਬੁਝਾਈ ਜਾ ਸਕਦੀ ਹੈ। ਬਿਲਕੁਲ ਗਲਤ, ਕਿਉਂਕਿ ਤੇਲ ਨਾਲ ਲੱਗੀ ਹੋਈ ਅੱਗ ਨੂੰ ਜਦੋਂ ਅਸੀਂ ਉਹਦੇ ਵਿੱਚ ਪਾਣੀ ਪਾਵਾਂਗੇ ਤਾਂ ਪਾਣੀ ਤਾਂ ਥੱਲੇ ਚਲਾ ਜਾਊਗਾ, ਇਸ ਲਈ ਅੱਗ ਫਿਰ ਬੁਝੇਗੀ ਨਹੀਂ, ਕਿਉਂਕਿ ਤੇਲ ਤਾਂ ਉੱਪਰ ਹੀ ਰਹਿ ਜਾਏਗਾ, ਇਸ ਲਈ ਇਹ ਕਥਨ ਗਲਤ ਹੈ। 13ਵਾਂ, ਅੰਤਰਰਾਸ਼ਟਰੀ ਪੱਧਰ ਦੀਆਂ ਜਲਗਾਹਾਂ ਨੂੰ ਰਾਮਸਰ ਜਲਗਾਹਾਂ ਕਹਿੰਦੇ ਹਨ। ਬਿਲਕੁਲ ਸਹੀ ਹੈ ਕਿ ਜਿਹੜੀ ਅੰਤਰਰਾਸ਼ਟਰੀ ਪੱਧਰ ਦੀਆਂ ਜਲਗਾਹਾਂ ਹਨ ਉਹਨਾਂ ਨੂੰ ਰਾਮਸਰ ਜਲਗਾਹਾਂ ਹੀ ਕਹਿੰਦੇ ਹਨ। 14ਵਾਂ, ਰਹੀਮਾਪੁਰ ਦੱਖਣੀ ਜੰਗਲੀ ਜੀਵ ਸੁਰੱਖਿਆ ਰੱਖ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਅਸੀਂ ਪਾਠ ਵਿੱਚ ਪੜ੍ਹ ਚੁੱਕੇ ਹਾਂ। ਹਾਂਜੀ ਜੀ, ਇਹ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹੀ ਸਥਿਤ ਹੈ, ਇਸ ਲਈ ਇਹ ਕਥਨ ਸਹੀ ਹੈ। 15ਵਾਂ, ਕਿਸੇ ਥਾਂ ਦੇ ਜੀਵ ਜੰਤੂਆਂ ਵਿੱਚ ਜੜੀਆਂ ਬੂਟੀਆਂ, ਝਾੜੀਆਂ ਅਤੇ ਰੁੱਖ ਸ਼ਾਮਿਲ ਹੁੰਦੇ ਹਨ। ਗਲਤ, ਕਿਉਂਕਿ ਉਸਨੇ ਕਿਹਾ ਕਿ ਕਿਸੇ ਥਾਂ ਦੇ ਜੀਵ ਜੰਤੂਆਂ ਵਿੱਚ, ਸਿਰਫ ਉਹਨੇ ਪੌਦਿਆਂ ਦੀ ਹੀ ਗੱਲ ਕੀਤੀ ਹੈ, ਕਿਸੇ ਜੀਵਾਂ ਦੀ ਗੱਲ ਨਹੀਂ ਕੀਤੀ, ਇਸ ਲਈ ਇਹ ਕਥਨ ਗਲਤ ਹੈ। 16ਵਾਂ, ਤਰਲ ਵਿੱਚੋਂ ਬਿਜਲੀ ਤਾਰਾਂ ਨਹੀਂ ਲੰਘਦੀ। ਗਲਤ, ਸਾਰੇ ਲਿਕੁਇਡਸ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਅਸ਼ੁੱਧੀ ਹੁੰਦੀ ਹੈ ਉਹਨਾਂ ਵਿੱਚੋਂ ਕੀ ਹੈ? ਬਿਜਲੀ ਤਾਰਾਂ ਲੰਘ ਜਾਂਦੀ ਹੈ, ਇਸ ਲਈ ਇਹ ਕਥਨ ਗਲਤ ਹੈ। 17ਵਾਂ, ਬਿਜਲੀ ਟੈਸਟਰ ਦੀ ਵਰਤੋਂ ਕਰਕੇ ਅਸੀਂ ਪਤਾ ਕਰ ਸਕਦੇ ਹਾਂ ਕਿ ਕਿਸੇ ਤਾਰ ਜਾਂ ਯੰਤਰ ਵਿੱਚ ਬਿਜਲੀ ਤਾਰਾਂ ਹੈ ਜਾਂ ਨਹੀਂ। ਬਿਲਕੁਲ ਸਹੀ, ਟੈਸਟਰ ਦੀ ਵਰਤੋਂ ਕਰਕੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿਸੇ ਯੰਤਰ ਵਿੱਚੋਂ ਜਿਹੜਾ ਕਰੰਟ ਲੰਘ ਰਿਹਾ ਹੈ ਕਿ ਨਹੀਂ। 18ਵਾਂ, ਬਿਜਲੀ ਮੁਲੰਮਾਕਰਨ ਬਿਜਲੀ ਤਾਰਾਂ ਦੇ ਤਾਪਨ ਪ੍ਰਭਾਵ ਦੀ ਵਰਤੋਂ ਨਾਲ ਹੁੰਦਾ ਹੈ। ਗਲਤ,
ਕਿਉਂਕਿ ਬਿਜਲੀ ਮੁਲੰਮਾਕਰਨ ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ ਦੀ ਵਰਤੋਂ ਨਾਲ ਹੁੰਦਾ ਹੈ। ਇਸ ਲਈ ਇਹ ਗਲਤ ਹੈ ਕਥਨ, ਕਿਉਂਕਿ ਇੱਥੇ ਤਾਪਨ ਪ੍ਰਭਾਵ ਲਿਖਿਆ ਹੋਇਆ ਹੈ। ਅੱਗੇ ਕਰਦੇ ਹਾਂ 19ਵਾਂ, ਪਥਰਾਟ ਬਾਲਣ ਪ੍ਰਯੋਗਸ਼ਾਲਾ ਵਿੱਚ ਬਣ ਸਕਦੇ ਹਨ। ਬਿਲਕੁਲ ਗਲਤ। ਪਥਰਾਟ ਬਾਲਣ ਜਿੱਦਾਂ ਕਿ ਤੁਸੀਂ ਜਾਣਦੇ ਹੀ ਹੋ, ਕੋਲਾ, ਪੈਟਰੋਲੀਅਮ, ਕੁਦਰਤੀ ਗੈਸ, ਜਿਨ੍ਹਾਂ ਨੂੰ ਅਸੀਂ ਲੈਬ ਦੇ ਵਿੱਚ ਨਹੀਂ ਬਣਾ ਸਕਦੇ, ਇਸ ਲਈ ਇਹ ਕਥਨ ਗਲਤ ਹੈ। 20ਵਾਂ, CNG ਡੀਜ਼ਲ ਨਾਲੋਂ ਵਧੇਰੇ ਪ੍ਰਦੂਸ਼ਣ ਕਰਦੀ ਹੈ। ਗਲਤ। ਜਿਹੜੇ CNG ਹੈ, ਜਿਸ ਦੀ ਫੁੱਲ ਫਾਰਮ ਸਾਨੂੰ ਪਤਾ ਹੈ ਕੰਪਰੈਸਡ ਨੈਚੁਰਲ ਗੈਸ ਹੁੰਦੀ ਹੈ, ਉਹ ਜਿਹੜਾ ਹੈ ਸਭ ਤੋਂ ਘੱਟ ਪ੍ਰਦੂਸ਼ਣ ਫੈਲਾਉਂਦਾ ਹੈ, ਇਸ ਲਈ ਇਹ ਕਥਨ ਗਲਤ ਹੈ। 21ਵਾਂ, ਕੋਕ ਕਾਰਬਨ ਦਾ ਸ਼ੁੱਧ ਰੂਪ ਹੈ। ਬਿਲਕੁਲ ਸਹੀ। ਕੋਕ ਜਿਹੜਾ ਹੈ ਕਾਰਬਨ ਦਾ ਸ਼ੁੱਧ ਰੂਪ ਹੈ। 22ਵਾਂ, ਟਰਾਲੀ ਬੈਗਾਂ ਵਿੱਚ ਰੋਲਰਸ ਦੀ ਵਰਤੋਂ ਨਾਲ ਟਰਾਲੀ ਬੈਗ ਨੂੰ ਖਿੱਚਣਾ ਔਖਾ ਹੋ ਜਾਂਦਾ ਹੈ। ਬਿਲਕੁਲ ਗਲਤ। ਜਦੋਂ ਅਸੀਂ ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜੀ ਵੇਲੀ ਰਗੜ ਹੈ ਉਹ ਸਰਕਨਸ਼ੀਲ ਰਗੜ ਨਾਲੋਂ ਘੱਟ ਹੁੰਦੀ ਹੈ, ਇਸ ਲਈ ਉਹ ਜਿਹੜੀ ਹੈ ਕੀ ਕਰੇਗੀ, ਜ਼ਿਆਦਾ ਜਲਦੀ ਜਿਹੜੇ ਟਰਾਲੀ ਬੈਗ ਦੇ ਨੀਚੇ ਅਗਰ ਰੋਲਰਸ ਲੱਗੇ ਹੋਣਗੇ ਤੇ ਉਹਨਾਂ ਨੂੰ ਚਲਾਉਣਾ ਜਿਹੜਾ ਸੌਖਾ ਹੈ, ਖਿੱਚਣਾ ਸੌਖਾ ਹੈ, ਇਸ ਲਈ ਇਹ ਕਥਨ ਗਲਤ ਹੈ। 23ਵਾਂ, ਤੇਲ ਅਤੇ ਸਨੇਹਕ ਲਗਾਉਣ ਨਾਲ ਰਗੜ ਘੱਟ ਜਾਂਦੀ ਹੈ। ਬਿਲਕੁਲ ਸਹੀ। ਮਸ਼ੀਨਾਂ ਦੇ ਵਿੱਚ ਅਸੀਂ ਤੇਲ ਜਾਂ ਲੁਬਰੀਕੈਂਟਸ ਲਗਾਉਂਦੇ ਹਾਂ ਤਾਂ ਕਿ ਉਹਨਾਂ ਦੇ ਵਿੱਚ ਆਪਸ ਜਿਹੜੀ ਉਹ ਰਗੜ ਘੱਟ ਜਾਏ। ਬਿਲਕੁਲ ਸਹੀ ਕਥਨ ਹੈ। 24ਵਾਂ, ਧੁਨੀ ਖਲਾਅ ਵਿੱਚ ਸੰਚਾਰ ਕਰ ਸਕਦੀ ਹੈ। ਬਿਲਕੁਲ ਨਹੀਂ। ਧੁਨੀ ਲਈ ਜਿਵੇਂ ਕਿ ਅਸੀਂ ਪਾਠ ਵਿੱਚ ਪੜ੍ਹਿਆ ਹੋਇਆ ਹੈ ਕਿ ਧੁਨੀ ਦੇ ਸੰਚਾਰ ਲਈ ਸਾਨੂੰ ਕਿਸੇ ਨਾ ਕਿਸੇ ਮਾਧਿਅਮ ਦੀ ਲੋੜ ਹੁੰਦੀ ਹੈ, ਇਸ ਲਈ ਇਹ ਕਥਨ ਗਲਤ ਹੈ। 25ਵਾਂ, 80 ਡੈਸੀਬਲ ਤੋਂ ਵੱਧ ਪ੍ਰਬਲਤਾ ਵਾਲੀ ਧੁਨੀ ਹਾਨੀਕਾਰਕ ਹੁੰਦੀ ਹੈ। ਬਿਲਕੁਲ ਸਹੀ ਹੈ ਕਿ ਸਾਨੂੰ ਪਤਾ ਹੈ ਕਿ 80 ਡੈਸੀਬਲ ਤੋਂ ਅਗਰ ਵੱਧ ਜਾਏ ਧੁਨੀ ਤਾਂ ਉਹ ਸਾਡੇ ਕੰਨਾਂ ਲਈ ਜਾਂ ਸਾਡੇ ਸੁਣਨ ਲਈ ਬਿਲਕੁਲ ਸਹੀ ਨਹੀਂ ਹੈ, ਇਸ ਲਈ ਕਥਨ ਸਹੀ ਹੈ। 26ਵਾਂ, ਧੁਨੀ ਦੀ ਪਿੱਚ ਉਸਦੇ ਕੰਪਨ ਦੇ ਆਯਾਮ ਤੇ ਨਿਰਭਰ ਕਰਦੀ ਹੈ। ਗਲਤ। ਧੁਨੀ ਦੀ ਜਿਹੜੀ ਪਿੱਚ ਹੈ ਉਹ ਕਿਹਦੇ ਉੱਤੇ ਨਿਰਭਰ ਕਰਦੀ ਹੈ, ਆਵ੍ਰਿਤੀ ਤੇ। ਠੀਕ ਹੈ, ਇਸ ਲਈ ਕਿਉਂਕਿ ਉਹਨਾਂ ਨੇ ਆਯਾਮ ਲਿਖਿਆ, ਇਸ ਲਈ ਕਥਨ ਗਲਤ ਹੈ। 27ਵਾਂ, ਕਿਸ਼ੋਰਾਂ ਨੂੰ ਸੰਤੁਲਿਤ ਭੋਜਨ ਦੀ ਜ਼ਰੂਰਤ ਨਹੀਂ ਹੁੰਦੀ। ਬਿਲਕੁਲ ਗਲਤ। ਹਰ ਇੱਕ ਕਿਸ਼ੋਰਾਂ ਨੂੰ ਸੰਤੁਲਿਤ ਭੋਜਨ ਹੀ ਖਾਣਾ ਚਾਹੀਦਾ ਹੈ, ਜਿਸ ਵਿੱਚ ਉਸਨੂੰ ਸਾਰੇ ਭੋਜਨ ਦੇ ਤੱਤ ਮਿਲ ਸਕਣ, ਇਸ ਲਈ ਇਹ ਕਥਨ ਗਲਤ ਹੈ। 28ਵਾਂ, ਲਾਰਵਾ ਤੋਂ ਪ੍ਰੌੜ ਬਣਨ ਦੇ ਪਰਿਵਰਤਨ ਨੂੰ ਕਾਇਆ ਪਰਿਵਰਤਨ ਆਖਦੇ ਹਨ। ਬਿਲਕੁਲ ਸਹੀ। ਲਾਰਵਾ ਤੋਂ ਪ੍ਰੌੜ ਬਣਨ ਦੀ ਅਵਸਥਾ ਨੂੰ ਕਾਇਆ ਪਰਿਵਰਤਨ ਕਹਿੰਦੇ ਹਨ। 29ਵਾਂ, ਸਰੀਰ ਦੇ ਵਾਧੇ ਅਤੇ ਵਿਕਾਸ ਵਿੱਚ ਹਾਰਮੋਨ ਦਾ ਯੋਗਦਾਨ ਬਹੁਤ ਘੱਟ ਹੈ। ਬਿਲਕੁਲ ਗਲਤ। ਕਿਉਂਕਿ ਸਾਨੂੰ ਪਤਾ ਹੈ ਸਾਡੇ ਅੰਦਰ ਬਹੁਤ ਸਾਰੇ ਹਾਰਮੋਨਸ ਹੈ ਜਿਹੜੇ ਕਿ ਸਾਡੇ ਸਰੀਰ ਦੇ ਵਿੱਚ ਵਾਧਾ ਤੇ ਵਿਕਾਸ ਕਰਦੇ ਹਨ, ਇਸ ਲਈ ਇਹ ਕਥਨ ਗਲਤ ਹੈ। 30ਵਾਂ, ਰੈਟੀਨਾ ਅੱਖ ਦੇ ਡਿੱਲੀ ਦੀ ਸਭ ਤੋਂ ਬਾਹਰੀ ਪਰਤ ਹੁੰਦੀ ਹੈ। ਗਲਤ। ਕਿਉਂਕਿ ਅੱਖ ਦੀ ਤੀਸਰੀ ਪਰਤ ਹੁੰਦੀ ਹੈ ਪਰ ਸਭ ਤੋਂ ਬਾਹਰਲੀ ਨਹੀਂ ਹੁੰਦੀ, ਇਸ ਲਈ ਇਹ ਕਥਨ ਗਲਤ ਹੈ। 31ਵਾਂ, ਆਇਰਸ ਦੇ ਵਿਚਕਾਰਲੇ ਛੇਦ ਨੂੰ ਪੁਤਲੀ ਕਹਿੰਦੇ ਹਨ। ਬਿਲਕੁਲ ਸਹੀ ਹੈ ਕਿ ਜਿਹੜਾ ਆਇਰਸ ਹੈ ਉਸ ਦੇ ਵਿਚਕਾਰਲੇ ਜਿਹੜੇ ਛੇਦ ਹੈ ਉਸ ਨੂੰ ਕੀ ਕਹਿੰਦੇ ਹਨ, ਪੁਤਲੀ ਕਹਿੰਦੇ ਹਨ। 32ਵਾਂ, ਚੱਕਰਵਾਤ, ਹਰੀਕੇਨ ਅਤੇ ਟਾਈਫੂਨ ਸਾਰੇ ਤਾਪਖੰਡੀ ਤੂਫਾਨ ਹਨ। ਬਿਲਕੁਲ ਸਹੀ ਹੈ, ਸਾਰੀ ਟਾਈਪਸ ਨੇ ਤਾਪਖੰਡੀ ਤੂਫਾਨ ਦੀਆਂ, ਕਥਨ ਸਹੀ ਹੈ। 33ਵਾਂ, ਉੱਚੀਆਂ ਇਮਾਰਤਾਂ ਅਤੇ ਵੱਡੇ ਟਾਵਰਾਂ ਨੂੰ ਆਕਾਸ਼ੀ ਬਿਜਲੀ ਤੋਂ ਬਚਾਉਣ ਲਈ ਆਕਾਸ਼ੀ ਬਿਜਲੀ ਚਾਲਕ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕਥਨ ਵੀ ਬਿਲਕੁਲ ਸਹੀ ਹੈ। ਤੋ ਇਸ ਵੀਡੀਓ ਦੀ ਰਾਹੀਂ ਜੋ ਅਸੀਂ ਇਹ ਗਲਤ ਸਹੀ ਕੀਤੇ ਹਨ, ਇਹਨਾਂ ਵਿੱਚੋਂ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਹ ਸਾਰੇ ਚੰਗੀ ਤਰ੍ਹਾਂ ਯਾਦ ਕਰ ਲਓਗੇ ਔਰ ਲਿਖ ਲਓਗੇ ਆਪਣੀ ਕਾਪੀਆਂ ਵਿੱਚ, ਤਾਂ ਜੋ ਤੁਸੀਂ ਬੋਰਡ ਦੇ ਐਗਜ਼ਾਮਸ ਵਿੱਚ ਇਹਨਾਂ ਨੂੰ ਯਾਦ ਕਰਕੇ ਫੁੱਲ ਮਾਰਕਸ ਲੈ ਸਕੋ। ਧੰਨਵਾਦ।